ਡੀਅਰ ਸਟੂਡੈਂਟਸ ਕਲਾਸ +1 ਅੱਜ ਆਪਾਂ ਸੈਕਸ਼ਨ B ਪੋਇਟਰੀ ਸੈਕਸ਼ਨ ਵਿੱਚੋਂ ਪਹਿਲੀ ਪੋਇਮ ਲਾਈਨਸ ਰਿਟਨ ਇਨ ਅਰਲੀ ਸਪਰਿੰਗ ਜੋ ਕਿ ਵਿਲੀਅਮ ਵਰਡਸਵਰਥ ਦੀ ਲਿਖੀ ਹੋਈ ਹੈ, ਇਸ ਬਾਰੇ ਆਪਾਂ ਪੜਾਂਗੇ। ਵਿਲੀਅਮ ਵਰਡਸਵਰਥ ਨੂੰ ਰੋਮਾਂਟਿਕ ਮੂਵਮੈਂਟ ਦੇ ਲੀਡਿੰਗ ਪੋਇਟ ਵਜੋਂ ਜਾਣਿਆ ਜਾਂਦਾ ਹੈ। ਵਿਲੀਅਮ ਵਰਡਸਵਰਥ ਨੂੰ ਪੋਇਟ ਆਫ ਮੈਨ, ਪੋਇਟ ਆਫ ਚਾਈਲਡਹੁੱਡ, ਪੋਇਟ ਆਫ ਵਿਲੇਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹਨਾਂ ਨੇ ਬਹੁਤ ਹੀ ਸਿੰਪਲ ਲੈਂਗੁਏਜ ਨੂੰ ਯੂਜ਼ ਕੀਤਾ ਤਾਂ ਕਿ ਉਹ ਲੈਂਗੁਏਜ ਹਰ ਇੱਕ ਨੂੰ ਸਮਝ ਦੇ ਵਿੱਚ ਆਵੇ। ਉਹਨਾਂ ਦਾ ਜਨਮ 7 ਅਪ੍ਰੈਲ 1770 ਦੇ ਵਿੱਚ ਹੋਇਆ। 7 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਮਾਤਾ ਜੀ ਦਾ ਦੇਹਾਂਤ ਹੋ ਗਿਆ ਅਤੇ ਜਦੋਂ ਉਹਨਾਂ ਦੀ ਉਮਰ 13 ਸਾਲ ਹੋਈ ਤੇ ਪਿਤਾ ਜੀ ਚੱਲ ਵਸੇ। ਉਹ ਬਹੁਤ ਮੂਡੀ ਅਤੇ ਵਾਇਲੈਂਟ ਟੈਂਪਰ ਦੇ ਸੀ। ਬਚਪਨ ਤੋਂ ਹੀ ਬਹੁਤ ਦੁਖੀ ਸੀ ਅਤੇ ਉਹਨਾਂ ਨੇ ਕੋਈ ਦੁਨਿਆਵੀ ਖੁਸ਼ੀ ਨਹੀਂ ਸੀ ਦੇਖੀ। ਬਹੁਤ ਦੁਖੀ ਹੋਣ ਦੇ ਕਾਰਨ ਉਹ ਕੁਦਰਤ ਦੀ ਗੋਦ ਵਿੱਚ ਚਲੇ ਗਏ ਅਤੇ ਉਹਨਾਂ ਨੇ ਜਿੰਨੀ ਵੀ ਪੋਇਟਰੀ ਲਿਖੀ ਹੈ ਉਸ ਵਿੱਚ ਸਿਰਫ ਨੇਚਰ ਦਾ ਹੀ ਜ਼ਿਕਰ ਕੀਤਾ ਹੈ। ਨੇਚਰ ਦੀ ਗੋਦ ਵਿੱਚ ਜਾ ਕੇ ਹੀ ਉਹਨਾਂ ਨੇ ਸਕੂਨ ਮਹਿਸੂਸ ਕੀਤਾ ਅਤੇ ਉਹਨਾਂ ਨੇ ਦੱਸਿਆ ਕਿ ਨੇਚਰ ਦੀਆਂ 4 ਸਟੇਜਸ ਹੈ। ਇਹ 4 ਸਟੇਜਸ ਦਾ ਵਰਣਨ ਉਹਨਾਂ ਨੇ ਬਹੁਤ ਹੀ ਗਹਿਰਾਈ ਨਾਲ ਕੀਤਾ ਹੈ। ਉਹਨਾਂ ਦੇ ਮੁਤਾਬਕ ਨੇਚਰ ਦੀ ਜੋ ਪਹਿਲੀ ਸਟੇਜ ਹੈ ਉਹ ਹੈ ਨੇਚਰ ਦੀ ਬਾਹਰੀ ਅਪੀਅਰੈਂਸ, ਅਰਥਾਤ ਜਦੋਂ ਆਪਾਂ ਨੇਚਰ ਨੂੰ ਦੇਖਦੇ ਹਾਂ, ਕਿਸੇ ਬੜੀ ਸੁੰਦਰ ਜਗ੍ਹਾ 'ਤੇ ਜਾਂਦੇ ਹਾਂ ਤਾਂ ਸਾਨੂੰ ਉਸ ਦਾ ਕਲਰ, ਉਹਦੀ ਬਿਊਟੀ, ਫੋਰਮ, ਉੱਥੋਂ ਦੀਆਂ ਸਾਊਂਡਸ, ਜਿਸ ਤਰ੍ਹਾਂ ਪੱਤਿਆਂ ਦੀ ਸਰਸਰਾਹਟ ਦੀ ਆਵਾਜ਼, ਪੰਛੀਆਂ ਦੀਆਂ ਆਵਾਜ਼ਾਂ ਜੋ ਸਾਨੂੰ ਸੁਣਾਈ ਦਿੰਦੀਆਂ, ਜੋ ਸਾਨੂੰ ਬਾਹਰੀ ਉਹਦੀ ਲੁੱਕ ਦਿਖਾਈ ਦਿੰਦੀ ਹੈ, ਤਾਂ ਉਹਨਾਂ ਨੇ ਉਹਨੂੰ ਨੇਚਰ ਦੀ ਪਹਿਲੀ ਸਟੇਜ ਦਾ ਨਾਮ ਦਿੱਤਾ। ਉਹਨਾਂ ਨੇ ਕਿਹਾ ਕਿ ਜੋ ਨੇਚਰ ਦੀ ਦੂਸਰੀ ਸਟੇਜ ਹੈ ਉਹ ਹੈ ਸ਼ਾਂਤੀ, ਪੀਸ। ਕੁਦਰਤੀ ਗੋਦ ਵਿੱਚ ਜਾ ਕੇ ਇਨਸਾਨ ਨੂੰ ਸ਼ਾਂਤੀ ਮਿਲਦੀ ਹੈ। ਤਾਂ ਹੌਲੀ ਹੌਲੀ ਜਦੋਂ ਉਹ ਉੱਥੇ ਰਹੇ ਤਾਂ ਉਹਨਾਂ ਨੂੰ ਲੱਗਿਆ ਕਿ ਉਹਨਾਂ ਦੀ ਜਿਹੜੀ ਸੋਲ ਹੈ ਉਹ ਕੁਦਰਤ ਦੀ ਸੋਲ ਦੇ ਨਾਲ ਰਲ ਮਿਲ ਗਈ ਹੈ। ਤਾਂ ਉਹਨਾਂ ਨੂੰ ਇਹ ਅਹਿਸਾਸ ਹੋਇਆ, ਜਿਹੜੀ ਤੀਸਰੀ ਸਟੇਜ ਉਹਨਾਂ ਨੇ ਦੱਸੀ ਹੈ, ਤਾਂ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਜਿਸ ਤਰ੍ਹਾਂ ਹਿਊਮਨ ਦੀ ਇੱਕ ਸੋਲ ਹੈ ਉਸੇ ਤਰ੍ਹਾਂ ਨਦੀਆਂ, ਨਾਲੇ, ਜੰਗਲ, ਝਰਨੇ, ਪੇੜ ਪੌਦੇ, ਪਹਾੜ, ਬੱਦਲ, ਇਹਨਾਂ ਸਭ ਦੀ ਵੀ ਇੱਕ ਸੋਲ ਹੈ। ਅਤੇ ਲਾਸਟ ਸਟੇਜ ਦੇ ਵਿੱਚ, ਚੌਥੀ ਸਟੇਜ 'ਚ ਉਹ ਕਹਿੰਦੇ ਹੈ ਕਿ ਨੇਚਰ ਹੈ ਜਿਹੜੀ ਉਹ ਇਨਸਾਨ ਦੇ ਲਈ ਸਭ ਤੋਂ ਵੱਡਾ ਟੀਚਰ ਹੈ, ਉਹਦਾ ਗਾਈਡ ਹੈ ਅਤੇ ਮੈਨਕਾਇੰਡ ਦੇ ਲਈ ਸਭ ਤੋਂ ਵੱਡਾ ਹੀਲਰ ਹੈ। ਸੋ ਉਹ ਵਾਰ-ਵਾਰ ਇਨਸਾਨ ਨੂੰ ਕੁਦਰਤ ਵੱਲ ਜਾਣ ਦੀ ਅਪੀਲ ਕਰਦੇ ਹੈ ਅਤੇ ਕਹਿੰਦੇ ਹੈ ਕਿ ਕੁਦਰਤ ਤੋਂ ਵੱਡਾ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਹੋਰ ਕੁਛ ਵੀ ਨਹੀਂ ਹੈ। ਇਹ ਸਭ ਤੋਂ ਹੀ ਵੱਡਾ ਹੀਲਰ ਹੈ। ਅਤੇ ਆਓ ਹੁਣ ਆਪਾਂ ਇਸ ਪੋਇਮ ਨੂੰ ਡਿਟੇਲ ਦੇ ਵਿੱਚ ਪੜ੍ਹਦੇ ਹਾਂ। I heard 1,000 blended notes while in a groove I sat reclined in that sweet mood when pleasant thoughts bring sad thoughts to the mind. Blended meaning ਹੁੰਦਾ ਹੈ ਰਲਿਆ ਮਿਲਿਆ। ਗਰੂਵ ਦਰਖਤਾਂ ਦਾ ਝੁੰਡ। reclined ਆਰਾਮ ਨਾਲ ਢੋਅ ਲਾਉਣਾ। pleasant ਸੁਹਾਵਣਾ, ਖੁਸ਼ੀ ਦੇਣ ਵਾਲਾ। ਵਿਲੀਅਮ ਵਰਡਸਵਰਥ ਦੱਸਦੇ ਹੈ ਕਿ ਜਦੋਂ ਇੱਕ ਵਾਰ ਉਹ ਦਰਖਤਾਂ ਦੇ ਝੁੰਡ ਦੇ ਹੇਠਾਂ ਆਰਾਮ ਕਰ ਰਹੇ ਸੀ ਤਾਂ ਕਹਿੰਦੇ ਮੈਂ ਹਜ਼ਾਰਾਂ ਹੀ ਪ੍ਰਸੰਨ ਆਵਾਜ਼ਾਂ ਨੂੰ ਸੁਣਿਆ ਅਤੇ ਉਹ ਆਵਾਜ਼ਾਂ ਜਿਹੜੀਆਂ ਸੀ ਸਾਰੀਆਂ ਇੱਕ ਦੂਸਰੇ ਦੇ ਨਾਲ ਮਿਲੀਆਂ ਹੋਈਆਂ ਸੀਗੀਆਂ। ਕਹਿੰਦੇ ਉਸ ਵੇਲੇ ਮੈਂ ਬਹੁਤ ਹੀ ਖੁਸ਼ ਮੂਡ ਦੇ ਵਿੱਚ ਸੀ ਕਿਉਂਕਿ ਮੈਂ ਕੁਦਰਤ ਦੀ ਗੋਦ ਦੇ ਵਿੱਚ ਸੀ। ਪਰ ਜਦੋਂ ਕਹਿੰਦੇ ਮਨੁੱਖ ਬਹੁਤ ਖੁਸ਼ੀ ਦੇ ਮੂਡ ਦੇ ਵਿੱਚ ਹੁੰਦਾ ਹੈ ਤਾਂ ਉਹਦੇ ਨਾਲ ਕੁਝ ਜਿਹੜੇ ਉਦਾਸ ਵਿਚਾਰ ਹੈ ਉਹ ਵੀ ਨਾਲ ਹੀ ਆ ਜਾਂਦੇ ਨੇ। To her fair works did nature link the human soul that through me ran, and much it grieved my heart to think what man has made of man. ਬੇਟਾ ਇਸ ਪੋਇਮ ਦੇ ਵਿੱਚ ਵਿਲੀਅਮ ਵਰਡਸਵਰਥ ਸਾਨੂੰ
ਨੇਚਰ ਬਾਰੇ ਹੀ ਦੱਸਦੇ ਆ। ਤੇ ਇਸ ਸਟੈਂਜਾ ਦੇ ਵਿੱਚ ਵੀ ਵਿਲੀਅਮ ਵਰਡਸਵਰਥ ਨੇਚਰ ਨੂੰ ਇੱਕ ਲਿਵਿੰਗ ਬੀਇੰਗ ਹੀ ਮੰਨਦੇ ਆ। ਉਹ ਕਹਿੰਦੇ ਆ ਕਿ ਨੇਚਰ ਨੇ ਆਪਣੇ ਸੁੰਦਰ ਨਜ਼ਾਰਿਆਂ ਤੇ ਸੁਰੀਲੀਆਂ ਆਵਾਜ਼ਾਂ ਦੇ ਨਾਲ ਹਿਊਮਨ ਸੋਲ ਦੇ ਨਾਲ ਇੱਕ ਰਿਸ਼ਤਾ ਕਾਇਮ ਕੀਤਾ ਹੈ। ਤੇ ਉਹ ਕਹਿੰਦੇ ਆ ਕਿ ਕੁਦਰਤ ਦੀ ਹਰ ਚੀਜ਼ ਦੇ ਵਿੱਚ ਇੱਕ ਲਿਵਿੰਗ ਸੋਲ ਹੈ ਤੇ ਇਹੀ ਸੋਲ ਕਹਿੰਦੇ ਮੇਰੇ ਅੰਦਰ ਵੀ ਵਾਸ ਕਰਦੀ ਹੈ। ਪਰ ਮੈਨੂੰ ਇਹ ਸੋਚ ਕੇ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਕਿ ਇਨਸਾਨ ਨੇ ਹੀ ਇਨਸਾਨ ਦਾ ਕੀ ਹਾਲ ਕਰ ਦਿੱਤਾ ਹੈ। ਇਨਸਾਨ ਹੀ ਇਨਸਾਨੀਅਤ ਦਾ ਦੁਸ਼ਮਣ ਬਣ ਗਿਆ ਹੈ ਤੇ ਉਹਨੇ ਆਪਣੇ ਸਾਥੀਆਂ ਦੀ ਜ਼ਿੰਦਗੀ ਨੂੰ ਦੁੱਖਾਂ ਭਰਿਆ ਬਣਾ ਦਿੱਤਾ ਹੈ। ਤਾਂ ਇਸ ਪੋਇਮ ਦੇ ਵਿੱਚ ਇੱਕ ਲਾਈਨ ਜਿਹੜੀ ਵਟ ਮੈਨ ਹੈਜ਼ ਮੇਡ ਆਫ ਮੈਨ, ਇਟ ਇਜ਼ ਦ ਸੈਂਟਰ ਆਫ ਦ ਪੋਇਮ। ਪੂਰੀ ਪੋਇਮ ਇਹਦੇ ਆਲੇ ਦੁਆਲੇ ਘੁੰਮਦੀ ਹੈ ਤੇ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਕੁਦਰਤ ਇਨਸਾਨ ਨੂੰ ਹੀਲ ਕਰਦੀ ਹੈ, ਉਸ ਨੂੰ ਸਕੂਨ ਦਿੰਦੀ ਹੈ, ਤੇ ਦੂਸਰੇ ਪਾਸੇ ਕਿਸ ਤਰ੍ਹਾਂ ਇਨਸਾਨ ਦਾ ਦੁਸ਼ਮਣ ਬਣਿਆ ਬੈਠਾ ਹੈ। Through primrose tufts in that green bough, the periwinkle trailed its wreaths, and it's my faith that every flower enjoys the air it breathes. ਇਸ ਪੈਰੇ ਦੇ ਵਿੱਚ ਵਰਡਸਵਰਥ ਦੋ ਕ੍ਰੀਪਰਸ, ਇੱਕ ਹੈ ਪ੍ਰਿਮਰੋਜ਼ ਤੇ ਦੂਸਰਾ ਹੈ ਪੈਰੀਵਿੰਕਲ। ਪ੍ਰਿਮਰੋਜ਼ ਹੈਗੀ ਹੈ ਇੱਕ ਫੁੱਲਾਂ ਦੀ ਵੱਖਰੀ ਕਿਸਮ ਹੈ ਤੇ ਪੈਰੀਵਿੰਕਲ ਹੈ ਜਿਹੜੀ ਉਹ ਇੱਕ ਐਵਰਗ੍ਰੀਨ ਪਲਾਂਟ ਹੈ ਜਿਹਨੂੰ ਪੀਲੇ ਰੰਗ ਦੇ ਫੁੱਲ ਲੱਗਦੇ ਹੈ। ਇਹਨਾਂ ਦੋ ਕ੍ਰੀਪਰਸ ਦਾ ਵਰਣਨ ਕਰਦੇ ਹੋਏ ਦੱਸਦੇ ਹੈ ਕਿ ਦਰਖਤਾਂ ਦੇ ਹੇਠਾਂ ਪ੍ਰਿਮਰੋਜ਼ ਫੁੱਲਾਂ ਦੇ ਗੁੱਛੇ ਨੇ ਤੇ ਪੈਰੀਵਿੰਕਲ ਉਹਨਾਂ ਦੇ ਵਿੱਚ ਇਸ ਤਰ੍ਹਾਂ ਫੈਲੇ ਹੋਏ ਹੈ ਕਿ ਜਿਵੇਂ ਕਿ ਫੁੱਲਾਂ ਦੀ ਮਾਲਾ ਹੋਵੇ। ਵਰਡਸਵਰਥ ਕਹਿੰਦੇ ਹੈ ਕਿ ਮੈਨੂੰ ਤਾਂ ਪੱਕਾ ਵਿਸ਼ਵਾਸ ਹੈ ਕਿ ਹਰ ਫੁੱਲ ਉਸ ਹਵਾ ਨੂੰ ਇੰਜੋਏ ਕਰਦਾ ਹੈ ਜਿਸ ਵਿੱਚ ਉਹ ਸਾਹ ਲੈਂਦਾ ਹੈ। The birds around me hopped and played, their thoughts I can't measure, but the least motion which they made, it seemed a thrill of pleasure. ਇਸ ਸਟੈਂਜਾ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਪੋਇਟ ਨੇਚਰ ਨੂੰ ਬਰੀਕੀ ਦੇ ਨਾਲ ਅਬਜ਼ਰਵ ਕਰ ਰਿਹਾ। ਉਹ ਕਹਿੰਦਾ ਹੈ ਕਿ ਪੰਛੀ ਮੇਰੇ ਆਲੇ ਦੁਆਲੇ ਖੇਡ ਰਹੇ ਸੀ ਤੇ ਉਛਲ ਕੁੱਦ ਕਰ ਰਹੇ ਸੀ। ਮੈਂ ਉਹਨਾਂ ਦੇ ਵਿਚਾਰਾਂ ਦਾ ਅੰਦਾਜ਼ਾ ਤਾਂ ਨਹੀਂ ਲਾ ਸਕਿਆ, ਪਰ ਉਹਨਾਂ ਦੀਆਂ ਐਕਟੀਵਿਟੀਜ਼ ਤੋਂ ਇਹ ਪਤਾ ਲੱਗਦਾ ਸੀ ਕਿ ਉਹ ਬਹੁਤ ਹੀ ਖੁਸ਼ ਸੀ। ਉਹਨਾਂ ਦੀ ਛੋਟੀ ਤੋਂ ਛੋਟੀ ਹਰਕਤ ਵਿੱਚ ਵੀ ਖੁਸ਼ੀ ਤੇ ਜੋਸ਼ ਭਰਿਆ ਹੋਇਆ ਸੀ। The budding twigs spread out their fan to catch the breezy air, and I must think, do all I can, that there was pleasure there. ਬਡਿੰਗ ਹੁੰਦੀਆਂ ਨਵੀਆਂ ਉੱਗ ਰਹੀਆਂ ਤੇ ਟਵਿਗਸ ਹੁੰਦੀਆਂ ਛੋਟੀਆਂ ਟਾਹਣੀਆਂ। ਤੇ ਇਸ ਪੈਰੇ ਦੇ ਵਿੱਚ ਵਰਡਸਵਰਥ ਦੱਸਦੇ ਹੈ ਕਿ ਨਵੀਆਂ ਉੱਗ ਰਹੀਆਂ ਛੋਟੀਆਂ ਟਾਹਣੀਆਂ ਆਪਣੇ ਪੱਤੇ ਖਲੇਰਦੀਆਂ ਹੋਈਆਂ ਤਾਜ਼ੀ ਹਵਾ ਦਾ ਆਨੰਦ ਮਾਣ ਰਹੀਆਂ ਨੇ ਤੇ ਮੈਂ ਇਹ ਸੋਚੇ ਬਿਨਾਂ ਨਹੀਂ ਰਹਿ ਸਕਦਾ ਕਿ ਉੱਥੇ ਤਾਂ ਸਿਰਫ ਖੁਸ਼ੀ ਹੀ ਖੁਸ਼ੀ ਹੈ। ਤੇ ਇਹ ਹੈ ਇਸ ਪੋਇਮ ਦਾ ਲਾਸਟ ਸਟੈਂਜਾ। If this belief from heaven be sent, if such be nature's holy plan, have I not reason to lament what man has made of man? ਕੁਦਰਤ ਦੇ ਗੋਦ ਦੇ ਵਿੱਚ ਜਾ ਕੇ ਪੋਇਟ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਕੁਦਰਤ ਨੇ ਇੱਕ ਹੋਲੀ ਪਲਾਨ ਬਣਾਇਆ ਹੋਇਆ ਹੈ ਜਿਸ ਅਨੁਸਾਰ ਸਾਰੇ ਜਿਉਂਦੇ ਪ੍ਰਾਣੀਆਂ ਦਾ ਤੇ ਕੁਦਰਤੀ ਚੀਜ਼ਾਂ ਦਾ ਆਪਸ ਵਿੱਚ ਇੱਕ ਨਜ਼ਦੀਕੀ ਰਿਸ਼ਤਾ ਹੈ। ਪਰ ਕਹਿੰਦਾ ਮੈਂ ਤਾਂ ਬਹੁਤ ਦੁਖੀ ਹੋ ਕੇ ਇਹੀ ਕਹਿਣਾ ਹੈ ਕਿ ਆਦਮੀ ਨੇ ਆਦਮੀ ਦਾ ਕੀ ਹਾਲ ਕਰ ਦਿੱਤਾ ਹੈ। ਆਦਮੀ ਖੁਦ ਹੀ ਇਸ ਸੰਸਾਰ ਦੇ ਸਾਰੇ ਦੁੱਖਾਂ ਦਾ ਜ਼ਿੰਮੇਵਾਰ ਹੈ ਕਿਉਂਕਿ ਧਰਤੀ, ਪਾਣੀ, ਜੰਗਲ, ਹਵਾ ਸਭ ਨੂੰ ਇਨਸਾਨ ਨੇ ਹੀ ਦੂਸ਼ਿਤ ਕੀਤਾ ਹੈ। ਆਦਮੀ ਨੇ ਕੁਦਰਤ ਦੀ ਸੰਭਾਲ ਨਹੀਂ ਕੀਤੀ, ਸਗੋਂ ਇਹਨੂੰ ਨੁਕਸਾਨ ਪਹੁੰਚਾਇਆ। ਕੁਦਰਤ ਨੇ ਤਾਂ ਇਨਸਾਨ ਨੂੰ ਖੁਸ਼ ਕਰਨ ਦੇ ਲਈ ਬਹੁਤ ਵੱਡਾ ਹੋਲੀ ਪਲਾਨ ਬਣਾਇਆ ਹੋਇਆ ਹੈ। ਇਸੇ ਲਈ ਜੋ ਪੋਇਟ ਹੈ ਉਹ ਬਾਰ-ਬਾਰ ਅਪੀਲ ਕਰਦਾ ਇਨਸਾਨ ਨੂੰ ਕਿ ਇਨਸਾਨ ਜਿਹੜਾ ਹੈ ਕੁਦਰਤ ਵੱਲ ਚਲਾ ਜਾਵੇ, ਕੁਦਰਤ ਦੀ ਗੋਦ ਦੇ ਵਿੱਚ ਚਲਾ ਜਾਵੇ, ਕਿਉਂਕਿ ਉਹ ਸੋਚਦਾ ਹੈ ਕਿ ਕੁਦਰਤ ਦੀ ਹਰ ਇੱਕ ਚੀਜ਼ ਹੈ ਜਿਹੜੀ ਉਹ ਜੀਵਨ ਦੇ ਨਾਲ ਭਰਪੂਰ ਹੈ। ਸੋ ਪਿਆਰੇ ਵਿਦਿਆਰਥੀਓ, ਇਹ ਜੋ ਪੋਇਮ ਹੈ ਇਸ ਵਿੱਚ
ਨੇਚਰ ਨੂੰ ਪੂਰੀ ਤਰ੍ਹਾਂ ਨਾਲ ਡਿਸਕ੍ਰਾਈਬ ਕੀਤਾ ਹੋਇਆ ਹੈ। ਬਹੁਤ ਹੀ ਸੌਖੀ ਲੈਂਗੁਏਜ ਦੇ ਵਿੱਚ ਇਹ ਪੋਇਮ ਲਿਖੀ ਹੋਈ ਹੈ ਅਤੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਇਸ ਸੈਂਟਰਲ ਆਈਡੀਆ ਡਿਸਕਸ ਕਰਾਂਗੇ। ਥੈਂਕ ਯੂ, ਹੈਵ ਅ ਨਾਈਸ ਡੇ।